ਵਿੱਚ ਅੱਗੇ ਅਸੀਂ ਐਕਸਪ੍ਰੈਸ਼ਨ ਫਾਈਂਡ ਕਰਨੀ ਹੈ ਇੰਪੀਡੈਂਸ ਆਫ ਏ ਕੰਡਕਟਰ ਟੂ ਦੀ ਈਐਮ ਬੇਸ। ਤਾਂ ਕਿਵੇਂ ਕਰਾਂਗੇ? ਸੋ ਆਪਾਂ ਨੂੰ ਪਤਾ ਹੈ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹਦਾ ਅਸੀਂ ਸੋਲੂਸ਼ਨ ਕੀ ਜ਼ੂਮ ਕਰਦੇ ਹੁੰਦੇ ਹਾਂ ਇਨ ਕੇਸ ਆਫ ਇਲੈਕਟ੍ਰੋਮੈਗਨੈਟਿਕ ਵੇਵ ਟਰੈਵਲਿੰਗ ਇਨ ਏ ਕੰਡਕਟਰ ਹੈਵਿੰਗ ਕੰਡਕਟਿਵਿਟੀ ਦੈਟ ਇਜ਼ ਨਾਟ ਇਕੁਅਲ ਟੂ ਜ਼ੀਰੋ। ਅਸੀਂ ਆਹ ਸੋਲੂਸ਼ਨ ਯੂਜ਼ ਕਰਦੇ ਹਾਂ। ਸੋ ਈ ਵਾਈ ਇਕੁਅਲ ਟੂ ਈ ਨੋਟ ਈ ਦੀ ਪਾਵਰ ਓਇਟਾ ਮੈਗਾ ਟੀ ਮਾਈਨਸ ਗਾਮਾ ਐਕਸ। ਜਦੋਂ ਪਾਰਟੀਕਲ ਨੂੰ ਕਰਨ ਲੱਗੇ ਸੀ ਆਪਾਂ ਸੋਲੂਸ਼ਨ ਯੂਜ਼ ਕੀਤਾ, ਇਸ ਤੋਂ ਬਾਅਦ ਆਪਾਂ ਗਾਮਾ ਦੀ ਵੈਲਿਊ ਫਾਈਂਡ ਕਰ ਲਈ ਸੀ। ਤਾਂ ਇਸ ਵੈਸੇ ਤਾਂ ਆਪਾਂ ਨੂੰ ਇੱਕ ਸੋਲੂਸ਼ਨ ਉਹ ਵੀ ਪਤਾ ਆਪਣੇ ਕੋਲ ਸੋਲੂਸ਼ਨ ਹੁੰਦਾ ਈ ਵਾਈ ਇਕੁਅਲ ਟੂ ਈ ਨੋਟ ਈ ਦੀ ਪਾਵਰ ਮਾਈਨਸ ਕੇ ਐਕਸ ਇੰਟੂ ਈ ਦੀ ਪਾਵਰ ਓਇਟਾ ਮੈਗਾ ਟੀ ਮਾਈਨਸ ਗਾਮਾ ਐਕਸ। ਤਾਂ ਆਪਾਂ ਉਹ ਸੋਲੂਸ਼ਨ ਹੈ ਜੀ ਆਹ ਸੋਲੂਸ਼ਨ ਲੈ ਲੈਂਦੇ ਹਾਂ ਅਸੀਂ ਜਿਹੜਾ ਅਸੀਂ ਯੂਜ਼ ਕਰਕੇ ਚੱਲਦੇ ਹਾਂ, ਕਿਉਂਕਿ ਇਹਦੇ ਨਾਲ ਥੋੜ੍ਹੀ ਕੈਲਕੂਲੇਸ਼ਨ ਕਰਨੀ ਈਜ਼ੀ ਹੈ। ਤਾਂ ਉਵੇਂ ਐਚ ਜ਼ੈਡ ਇਕੁਅਲ ਆਪਾਂ ਕੀ ਲਵਾਂਗੇ ਐਚ ਨੋਟ ਈ ਦੀ ਪਾਵਰ ਓਇਟਾ ਮੈਗਾ ਟੀ ਮਾਈਨਸ ਗਾਮਾ ਐਕਸ। ਅਸੀਂ ਇਸ ਤੋਂ ਬਾਅਦ ਅੱਗੇ ਪ੍ਰੂਵ ਕਰਨਾ ਵੀ ਈ ਵਾਈ ਅਤੇ ਐਚ ਜ਼ੈਡ ਦੇ ਵਿੱਚ ਕੀ ਹੁੰਦਾ, ਕੋਈ ਨਾ ਕੋਈ ਫੇਸ ਡਿਫਰੈਂਸ ਹੁੰਦਾ। ਚਲੋ ਹੁਣ ਆਪਣੇ ਕੋਲ ਰਿਲੇਸ਼ਨ ਆਇਆ ਸੀ ਕਰ ਲਈ ਵਾਈ upon ਕਰ ਲਈ ਐਕਸ ਇਕੁਅਲ ਟੂ ਮਾਈਨਸ ਮਿਊ ਕਰ ਲਈ ਐਚ ਜ਼ੈਡ upon ਕਰ ਲਈ ਟੀ ਹੁੰਦਾ ਆਪਣੇ ਕੋਲ। ਇਹ ਮੈਕਸਵੈਲ ਦੀ ਫਸਟ ਇਕੁਏਸ਼ਨ ਤੋਂ ਆਪਾਂ ਜਿਵੇਂ ਪਿੱਛੇ ਆਰਟੀਕਲ ਕੀਤਾ ਉਹਦੇ 'ਚ ਰਿਲੇਸ਼ਨ ਫਾਈਂਡ ਕੀਤਾ ਪਿਆ ਇਹ। ਹੁਣ ਉਵੇਂ ਅਸੀਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਜੋ ਪਹਿਲਾਂ ਪੁੱਟ ਕੀਤੀ ਸੀ, ਜੋ ਇਲੈਕਟ੍ਰਿਕ ਫੀਲਡ ਦੀ ਪਹਿਲਾਂ ਪੁੱਟ ਕੀਤੀ ਸੀ ਈ ਨੋਟ ਈ ਵਾਈ ਇਕੁਅਲ ਟੂ ਈ ਨੋਟ ਈ ਦੀ ਪਾਵਰ ਓਇਟਾ ਇੰਟੂ ਮੈਗਾ ਟੀ ਮਾਈਨਸ ਕੇ ਐਕਸ ਪੁੱਟ ਕੀਤੀ ਸੀ। ਹੁਣ ਆਪਾਂ ਆਹ ਵੈਲਿਊ ਪੁੱਟ ਕਰਦੇ ਹਾਂ ਇਲੈਕਟ੍ਰਿਕ ਫੀਲਡ ਦੀ, ਉਵੇਂ ਮੈਗਨੈਟਿਕ ਫੀਲਡ ਦੀ ਵੈਲਿਊ ਇੱਥੇ ਪੁੱਟ ਕਰ ਦਿੰਦੇ ਅਸੀਂ। ਤਾਂ ਆਪਣੇ ਕੋਲ ਇਸ ਤੋਂ ਬਾਅਦ ਈ ਦੀ ਪਾਵਰ ਓਇਟਾ ਮੈਗਾ ਟੀ ਮਾਈਨਸ ਗਾਮਾ ਐਕਸ ਦੋਨੇ ਪਾਸੇ ਕੈਂਸਲ ਕਰਕੇ ਆਪਣੇ ਕੋਲ ਆਹ ਰਿਲੇਸ਼ਨ ਆ ਜਾਊਗਾ। ਸੋ ਅਸੀਂ ਹੁਣ ਈ ਵਾਈ ਪੌਣ ਇਸ ਰਿਲੇਸ਼ਨ ਤੋਂ ਅਸੀਂ ਜਦੋਂ ਈ ਵਾਈ ਪੌਣ ਐਚ ਜ਼ੈਡ ਦੀ ਵੈਲਿਊ ਫਾਈਂਡ ਕਰਦੇ ਇੱਥੋਂ ਆਪਣੇ ਕੋਲ ਦੇਖੋ ਕਿੰਨੀ ਵੈਲਿਊ ਆ ਜਾਊਗੀ ਓਇਟਾ ਮਿਊ ਮੈਗਾ ਪੌਣ ਗਾਮਾ। ਤਾਂ ਗਾਮਾ ਦੀ ਵੈਲਿਊ ਆਪਾਂ ਨੂੰ ਪਤਾ ਕਿੰਨੀ ਹੁੰਦੀ ਹੈ 1 ਪਲੱਸ ਓਇਟਾ ਇੰਟੂ ਮਿਊ ਸਿਗਮਾ ਓਮੇਗਾ ਪੌਣ 2 ਦੀ ਪਾਵਰ 1/2 ਆਪਾਂ ਅਸੀਂ ਗਾਮਾ ਦੀ ਵੈਲਿਊ ਫਾਈਂਡ ਕੀਤੀ ਸੀ। ਕੰਡਕਟਰ ਵਾਸਤੇ ਗਾਮਾ ਦੀ ਵੈਲਿਊ ਨਹੀਂ ਹੁੰਦੀ ਹੈ। ਸੋ ਇੱਥੇ ਆਪਾਂ ਗਾਮਾ ਦੀ ਵੈਲਿਊ ਪੁੱਟ ਕਰ ਦਿੰਦੇ ਹਾਂ। ਸੋ ਗਾਮਾ ਦੀ ਵੈਲਿਊ ਪੁੱਟ ਕਰ ਦਿੰਦੇ ਹਾਂ। ਵੈਲਿਊ ਪੁੱਟ ਕਰਨ ਤੋਂ ਬਾਅਦ ਸੋ ਆਹ ਜਿਹੜੀ ਆਪਣੇ ਕੋਲ ਆਹ ਟਰਮ ਹੈ ਇਹਨੂੰ ਅਸੀਂ ਉੱਪਰ ਲੈ ਜਾਂਦੇ ਹਾਂ। ਸੋ ਉੱਪਰ ਆਪਣੇ ਕੋਲ ਅਤੇ ਆਪਣੇ ਕੋਲ ਕੀ ਵੈਲਿਊ ਆ ਜਾਊਗੀ। ਸੋ ਆਹ ਟਰਨ ਉੱਪਰ ਲੈ ਕੇ ਆਪਣੇ ਕੋਲ ਕੀ ਰਿਲੇਸ਼ਨ ਆ ਜਾਊਗਾ ਜ਼ੈਡ ਸੀ ਦੀ ਵੈਲਿਊ ਆਪਣੇ ਕੋਲ ਆਊਗੀ ਜ਼ੈਡ ਸੀ ਇਜ਼ ਇਕੁਅਲ ਟੂ ਆਪਣੇ ਕੋਲ ਕੀ ਆ ਜਾਊਗਾ 2 ਮਿਊ ਸਿਗਮਾ ਓਮੇਗਾ ਦੀ ਪਾਵਰ ਆਪਣੇ ਕੋਲ ਆ ਜਾਊਗੀ ਉੱਪਰ ਚਲੇ ਗਏ ਨਾ ਆਪਾਂ ਤਾਂ ਪਾਵਰ ਆਪਣੇ ਕੋਲ ਰਹਿਣੀ ਹੈ। ਸੋ ਆਹ 2 ਨੂੰ ਉੱਪਰ ਲੈ ਜਾਂਦੇ ਹਾਂ ਅਸੀਂ ਸਾਰੇ ਇਹਦੀ ਪਾਵਰ ਕਿੰਨੀ 1/2 ਆ ਜਾਊਗੀ। ਅਤੇ ਨਾਲ ਇਹਦਾ ਆਪਣੇ ਕੋਲ ਕੀ ਆਊਗਾ ਆਹ ਤਾਂ ਓਇਟਾ ਪੌਣ 1 ਪਲੱਸ ਓਇਟਾ ਤਾਂ ਆਉਣਾ ਹੀ ਆਉਣਾ। ਇੱਕ ਉੱਪਰ ਨਾਲ ਆਪਣੇ ਕੋਲ ਇੱਥੇ ਕੀ ਹੈ ਨਾਲ ਆਪਣੇ ਕੋਲ ਆਹ ਮਿਊ ਓਮੇਗਾ ਨੂੰ ਐਜ਼ ਇਟ ਇਜ਼ ਲਿਖ ਦਿੰਦੇ ਇੱਥੇ ਅਸੀਂ ਮਿਊ ਓਮੇਗਾ। ਸੋ ਆਹ ਵੈਲਿਊ ਆ ਜਾਊਗੀ ਆਪਣੇ ਕੋਲ ਨਾਲ ਆਪਣੇ ਕਿਹਦੇ ਨਾਲ ਲਿਖਿਆ ਜਾਊਗਾ ਓਇਟਾ ਅਪੋਨ 1 ਪਲੱਸ ਓਇਟਾ। ਸੋ ਆਹ ਵੈਲਿਊ ਆ ਜਾਊਗੀ ਜਦੋਂ ਆਪਾਂ 2 ਨੂੰ ਉੱਪਰ ਲੈ ਜਾਵਾਂਗੇ। ਹੁਣ ਆਹ ਜਿਹੜਾ ਆਪਣੇ ਕੋਲ ਮਿਊ ਹੈ ਇੱਥੇ ਮਿਊ ਦੀ ਪਾਵਰ 1 ਆ, ਇੱਥੇ ਮਿਊ ਦੀ ਪਾਵਰ 1/2 ਹੈ। ਤਾਂ ਆਹ ਬਰੈਕਟ ਨੀਚੇ ਬੈਟ ਖੋਲਾਂਗੇ ਆਹ 1/2 ਨੂੰ ਉੱਪਰ ਲੈ ਜਾਵਾਂਗੇ ਆਪਾਂ ਇੱਥੇ ਮਿਊ ਦੀ ਨੀਚੇ ਮਿਊ ਦੀ ਪਾਵਰ 1/2 ਨੂੰ ਉੱਪਰ ਲੈ ਜਾਵਾਂਗੇ। ਇੱਥੇ ਮਿਊ ਦੀ ਪਾਵਰ 1 ਆ ਤਾਂ 1 ਦੇ ਵਿੱਚੋਂ 1/2 ਮਾਈਨਸ ਕੀਤਾ ਆਪਣੇ ਕੋਲ ਕਿੰਨਾ ਆ ਜਾਊਗਾ 1/2 ਆ ਜਾਊਗਾ। ਤਾਂ ਉਵੇਂ ਆਹ ਓਮੇਗਾ ਨੂੰ ਅਸੀਂ ਉੱਪਰ ਲੈ ਜਾਵਾਂਗੇ ਇੱਥੇ ਓਮੇਗਾ ਦੀ ਪਾਵਰ 1/2 ਨੀਚੇ ਉੱਪਰ ਓਮੇਗਾ ਦੀ ਪਾਵਰ 1 ਹੈ। ਤਾਂ 1 ਇਹਨੂੰ ਉੱਪਰ ਲੈ ਕੇ ਆਪਣੇ ਕੋਲ ਕੀ ਹੈ ਪਾਵਰ ਕਿੰਨੀ ਆ ਜਾਊਗੀ ਜਦੋਂ ਓਮੇਗਾ ਦੀ ਪਾਵਰ 1/2 ਉੱਪਰ ਲੈ ਕੇ ਚੱਲਾਂਗੇ ਆਪਣੇ ਕੋਲ ਆ ਜਾਊ ਓਮੇਗਾ ਦੀ ਪਾਵਰ ਮਾਈਨਸ 1/2। ਤਾਂ ਉਹ 1 ਦੇ ਵਿੱਚ 1/2 ਮਾਈਨਸ ਕੀਤਾ ਤਾਂ ਇੱਥੇ ਆਪਣੇ ਕੋਲ ਕੀ ਆ ਜਾਊ ਓਮੇਗਾ ਦੀ ਵੈਲਿਊ ਕਿੰਨੀ ਰਹਿ ਜਾਊਗੀ 1/2 ਰਹਿ ਜਾਊਗੀ। ਤਾਂ ਆਪਣੇ ਕੋਲ ਫਿਰ ਕੀ ਹੋ ਗਿਆ ਆਹ ਮਿਊ ਅਤੇ ਓਮੇਗਾ ਨੂੰ ਅਸੀਂ ਖਤਮ ਕਰ ਦਾਂਗੇ। ਤਾਂ ਜਿਹੜਾ ਮਿਊ ਦੀ ਪਾਵਰ ਵੀ 1/2 ਓਮੇਗਾ ਦੀ ਪਾਵਰ 1/2 2 ਦੀ ਪਾਵਰ 1/2 ਆ ਅਤੇ ਸਿਗਮਾ ਉਵੇਂ ਤੇ ਨੀਚੇ ਰਹਿ ਜਾਊਗਾ। ਤਾਂ ਆਪਣੇ ਕੋਲ ਆਹ ਵੈਲਿਊ ਆ ਜਾਊਗੀ ਕਿੰਨੀ ਆ ਜਾਊਗੀ 2 ਮਿਊ ਓਮੇਗਾ ਅਪੋਨ ਸਿਗਮਾ ਸਾਰੀ ਪਾਵਰ 1/2 ਜਾਂ ਸਕੁਆਇਰ ਰੂਟ ਬਣ ਸਕਦੇ ਅਸੀਂ ਇੰਟੂ ਓਇਟਾ ਅਪੋਨ 1 ਪਲੱਸ ਓਇਟਾ। ਐਂ ਸੋਲਵ ਕਰ ਲੈਣਾ ਇਹਨੂੰ। ਸੋ ਅੱਗੇ ਦੇਖੋ ਅਸੀਂ ਇਹਨੂੰ ਸੋਲਵ ਕਰਨ ਵਾਸਤੇ 1 ਮਾਈਨਸ ਓਇਟਾ ਦੇ ਨਾਲ ਮਲਟੀਪਲਾਈ ਕਰ ਦੇਣਾ 1 ਮਾਈਨਸ ਓਇਟਾ ਦੇ ਨਾਲ ਡਿਵਾਈਡ ਕਰਕੇ ਆਪਣੇ ਕੋਲ ਕੀ ਆ ਜਾਊਗਾ। ਸੋ ਇੰਨੀ ਵੈਲਿਊ ਆ ਜਾਊਗੀ। ਸੋ ਉਵੇਂ ਅਸੀਂ ਇੱਥੋਂ ਆਹ 2 ਨੂੰ ਆਹ √2 ਦੇ ਨਾਲ ਸੋਲਵ ਕਰਕੇ ਨੀਚੇ ਕੀ ਆਪਣੇ ਕੋਲ ਕਿੰਨਾ ਆ ਜਾਊਗਾ ਆਹ 2 ਦੀ ਪਾਵਰ 1/2 ਨੀਚੇ ਲਿਆਵਾਂਗੇ ਆਪਾਂ ਥੱਲੇ ਆ ਕੇ 2 ਦੀ ਪਾਵਰ ਮਾਈਨਸ 1/2 ਬਣ ਜੂਗੀ ਅਤੇ 1 ਦੇ ਵਿੱਚ ਉਵੇਂ 1/2 ਮਾਈਨਸ ਕੀਤਾ ਨੀਚੇ ਕੀ ਰਹਿ ਜੂ 2 ਦੀ ਪਾਵਰ 1/2 ਰਹਿ ਕੇ ਆਪਣੇ ਕੋਲ ਆਹ ਵੈਲਿਊ ਆ ਜੂਗੀ ਜ਼ੈਡ ਸੀ ਦੀ। ਸੋ ਇਹਦੇ ਦੋ ਜ਼ੈਡ ਸੀ ਦੀ ਵੈਲਿਊ ਕਿੰਨੀ ਆ ਜਾਊ ਆਪਣੇ ਕੋਲ ਸਕੁਆਇਰ ਰੂਟ ਆਫ ਮਿਊ ਓਮੇਗਾ ਅਪੋਨ ਸਿਗਮਾ ਇੰਟੂ 1/√2 ਪਲੱਸ ਓਇਟਾ ਅਪੋਨ √2।
ਸੋ ਇਹਨੂੰ ਅਸੀਂ ਹੁਣ ਦੇਖੋ ਕਿਵੇਂ ਲਿਖਣਾ ਹੈ। ਇਹਨੂੰ ਅਸੀਂ ਲਿਖ ਸਕਦੇ ਹਾਂ ਇਸ ਤਰੀਕੇ ਨਾਲ, ਲਿਖ ਲੈਂਦੇ ਹਾਂ ਮਿਊ ਓਮੇਗਾ ਅਪਾਨ ਸਿਗਮਾ ਸਾਰੇ ਦਾ ਸਕੁਆਇਰ ਰੂਟ ਇੰਟੂ cos π/4 ਪਲੱਸ ਓਟਾ sin π/4, ਕਿਉਂਕਿ cos π/4 ਦੀ ਵੈਲੂ ਵੀ ਕਿੰਨੀ ਹੁੰਦੀ ਹੈ ਆਪਣੇ ਕੋਲ 1/√2 ਹੁੰਦੀ ਹੈ, sin π/4 ਦੀ ਵੈਲੂ ਵੀ ਆਪਣੇ ਕੋਲ ਕਿੰਨੀ ਹੁੰਦੀ ਹੈ 1/√2 ਹੁੰਦੀ ਹੈ। ਸੋ ਇਹਨੂੰ ਆਪਾਂ ਇਸ ਤਰ੍ਹਾਂ ਲਿਖ ਲਾਂਗੇ। ਸੋ 1/√2 ਦੀ ਜਗ੍ਹਾ 'ਤੇ cos π/4 ਪੁੱਟ ਕਰ ਦਿੰਦੇ ਹਾਂ, ਪਲੱਸ ਓਟਾ ਨੂੰ ਉਵੇਂ ਲਿਖ ਲੈਂਦੇ ਅਸੀਂ, ਅਤੇ 1/√2 ਦੀ ਜਗ੍ਹਾ 'ਤੇ sin π/4 ਪੁੱਟ ਕਰ ਦਿੰਦੇ ਹਾਂ। ਇਹ ਆਪਣੇ ਕੋਲ ਕਿਹਦਾ ਫਾਰਮੂਲਾ ਹੁੰਦਾ ਹੈ, ਇਹ ਆਪਣੇ ਕੋਲ ਫਾਰਮੂਲਾ ਹੁੰਦਾ ਏ ਦੀ ਪਾਵਰ ਓਟਾ π/4। ਸੋ ਇਹਦੀ ਜਗ੍ਹਾ 'ਤੇ ਅਸੀਂ ਕੀ ਪੁੱਟ ਕਰ ਦਿੰਦੇ ਹਾਂ, ਏ ਦੀ ਪਾਵਰ ਓਟਾ π/4 ਕੱਢ ਦਿੰਦੇ ਹਾਂ। ਤਾਂ ਸੋ ਆਪਣੇ ਕੋਲ ਆਹ ਐਕਸਪ੍ਰੈਸ਼ਨ ਆ ਗਈ ਇੰਪੀਡੈਂਸ ਦੀ। ਸੋ ਫਰੋਮ ਦਿਸ ਰਿਲੇਸ਼ਨ ਇਟ ਇਜ਼ ਕਲੀਅਰ ਦੈਟ ZC ਇਜ਼ ਏ ਕੰਪਲੈਕਸ ਕੁਆਂਟਿਟੀ ਵਿਦ ਮੈਗਨੀਟਿਊਡ ਮਿਊ ਓਮੇਗਾ ਅਪੋਨ ਸਿਗਮਾ ਸਾਰੇ ਸਕੁਆਇਰ ਰੂਟ ਇੰਨੀ ਮੈਗਨੀਟਿਊਡ ਹੁੰਦੀ ਹੈ, ਐਂਡ ਫੇਸ ਐਂਗਲ π/4। ਅਤੇ ਨਾਲ ਆਪਣੇ ਕੋਲ ਆ ਜਿਹੜਾ ਇਹਦੀ ਪਾਵਰ ਓਟਾ π/4 ਆ, π/4 ਕੀ ਡਿਪੈਂਡ ਕਰਿਆ, ਫੇਸ ਡਿਪੈਂਡ ਕਰਿਆ। So in other words, electric and magnetic field vectors different phase by π/4, ਕਿਉਂਕਿ ਜੇ ਇਹਦੀ ਪਰ ਓਟਾ π/4 ਆ ਰਿਹਾ ਤਾਂ ਇਹਦਾ ਮਤਲਬ ਇਸ ਰੇਸ਼ੋ ਤੋਂ ਆਪਣੇ ਕੋਲ ਕਲੀਅਰ ਆ ਰਿਹਾ ਹੈ, ਕਿਉਂਕਿ ZC ਆਪਣੇ ਕੋਲ ਕੀ ਚੀਜ਼ ਹੈ, ZC ਆਪਣੇ ਕੋਲ ਕੀ ਹੈ, ਰੇਸ਼ੋ ਹੈ EY/HZ ਦੀ ਰੇਸ਼ੋ ਹੈ। ਅਤੇ ਨਾਲ ਆਪਣੇ ਕੋਲ ਇੱਥੇ ਕੀ ਆ ਰਿਹਾ, ਇਹਦੀ ਪਰ ਓਟਾ π/4 ਆ ਰਿਹਾ। ਇਹਦੀ ਪਰ ਓਟਾ π/4 ਆਉਣ ਦਾ ਮੀਨਿੰਗ ਕੀ ਹੈ, ਅਤੇ ਇਹਨਾਂ ਦੀ ਰੇਸ਼ੋ 1 ਦੀ ਇਕੁਅਲ ਨਹੀਂ ਆ ਰਹੀ, EY/HZ ਦੀ ਰੇਸ਼ੋ 1 ਦੀ ਇਕੁਅਲ ਨਹੀਂ ਹੈ। ਨਾਲ ਆਪਣੇ ਕੋਲ ਕੀ ਆ ਰਹੀ, ਕਿਹਦੀ ਇਕੁਅਲ ਆ ਰਹੀ, ਇਹਦੀ ਪਰ ਓਟਾ π/4 ਦੀ ਇਕੁਅਲ ਆ ਰਹੀ ਹੈ। ਇਹਦਾ ਮਤਲਬ ਕੀ ਹੈ ਵੀ ਇਹਨਾਂ ਦੋਨਾਂ ਦੇ ਵਿੱਚ ਕੋਈ ਨਾ ਕੋਈ ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ ਦੇ ਵਿੱਚ ਕੀ ਹੈ, ਫੇਸ ਦਾ ਡਿਫਰੈਂਸ ਹੈ। ਅਤੇ ਫੇਸ ਦਾ ਡਿਫਰੈਂਸ ਕਿੰਨਾ, ਜਿੰਨਾ ਆਪਣੇ ਕੋਲ π/4 ਆਇਆ ਹੈ। ਸੋ ਇਹ ਯਾਦ ਰੱਖਣਾ, ਇਟ ਮੀਨਸ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਵੈਕਟਰਸ ਡਿਫਰੈਂਟ ਫੇਸ ਬਾਈ π/4। ਸੋ ਇੰਨਾ ਆਰਟੀਕਲ ਕਰਨਾ ਤੁਸੀਂ ਇੱਥੇ ਤੱਕ। ਸੋ ਦਿਸ ਇਜ਼ ਵੀ ਹੈਵ ਫਾਈਂਡ ਦੀ ਐਕਸਪ੍ਰੈਸ਼ਨ ਫॉर ਦੀ impedance of a conductor to the electromagnetic waves। EY ਅਤੇ HZ ਨੂੰ ਅਸੀਂ ਕਿਵੇਂ ਲਿਖਣਾ। ਹੁਣ ਇੱਥੋਂ ਆਪਣੇ ਕੋਲ ਦੇਖੋ ਕੀ ਆ ਰਿਹਾ, ਆਹ ਇੰਪੀਡੈਂਸ ਦੀ ਇੱਕ ਐਕਸਪ੍ਰੈਸ਼ਨ ਆ ਰਹੀ ਹੈ ਆਪਣੇ ਕੋਲ। ਹੁਣ ZC ਦੀ ਵੈਲੂ ਆਪਣੇ ਕੋਲ ਕਿੰਨੀ ਹੁੰਦੀ ਹੈ, EY/HZ ਹੁੰਦੀ, ਆਪਾਂ ਪਤਾ ਹੈ। ਦੇਖੋ EY/HZ ਕੀ ਆਪਣੇ ਕੋਲ ਇੰਪੀਡੈਂਸ ਹੈਗੀ ਦੀ ਕੰਡਕਟਰ ਦੀ, ਇਹਦਾ ਫਾਰਮੂਲਾ ਆਪਣੇ ਕੋਲ ਆ ਗਿਆ। ਇੱਥੋਂ ਜੇ ਤੁਸੀਂ EY ਦੀ ਵੈਲੂ ਲਿਖੋਗੇ ਤਾਂ EY ਦੀ ਵੈਲੂ ਕਿੰਨੀ ਆ ਜਾਊਗੀ, EY ਦੀ ਵੈਲੂ ਕਰਨ ਲਈ ਸਾਨੂੰ ਕੀ ਕਰਨਾ ਪਊਗਾ, E ਦੀ ਵੈਲੂ ਕਿਹਦੀ ਇਕੁਅਲ ਆ ਜਾਊਗੀ, ਆਹ ਲਿਖ ਲਾਂਗੇ ਅਸੀਂ, ਨਾਲ ਇਹਦੇ ਕੀ ਕਰਾਂਗੇ, HZ ਨੂੰ ਕੀ ਕਰਨਾ ਪਊਗਾ, ਮਲਟੀਪਲਾਈ ਕਰਨਾ ਪਊਗਾ। ਸੋ ਆਪਣੇ ਕੋਲ EY ਦੀ ਵੈਲੂ ਕਿੰਨੀ ਆ ਜਾਊਗੀ, ਸਕੁਆਇਰ ਰੂਟ ਆਫ ਮਿਊ ਓਮੇਗਾ ਅਪੋਨ ਸਿਗਮਾ ਅਤੇ E ਦੀ ਪਰ ਓਟਾ π/4 ਅਤੇ ਇੰਟੂ ਆਪਣੇ ਕੋਲ ਕੀ ਆ ਗਿਆ, HZ ਆ ਗਿਆ। ਸੋ ਆਹ ਆਪਣੇ ਕੋਲ EY ਦੀ ਵੈਲੂ ਆ ਜਾਊਗੀ। ਸੋ ਮੈਂ ਲਿਖ ਦਿੰਦਾ ਇੱਥੇ ਕਿੰਨੀ ਆ ਜਾਊਗੀ, EY ਦੀ ਵੈਲੂ ਅਸੀਂ ਲਿਖਾਂਗੇ ਆਪਾਂ ਮਿਊ ਓਮੇਗਾ ਅਪੋਨ ਸਿਗਮਾ ਸਾਰੇ ਦਾ ਸਕੁਆਇਰ ਰੂਟ, ਨਾਲ ਆਪਣੇ ਕੋਲ HZ ਆ ਗਿਆ, ਅਤੇ ਨਾਲ ਆਪਣੇ ਕੋਲ ਕੀ ਆ ਜਾਊਗਾ, E ਦੀ ਪਾਵਰ ਓਟਾ π/4 ਆ ਜਾਊਗਾ। ਇਹ ਕਿਹਦੀ ਵੈਲੂ ਆ ਜਾਊਗਾ ਆਪਣੇ ਕੋਲ, EY ਦੀ। ਇਹਦਾ ਮਤਲਬ ਜੇ ਅਸੀਂ EY ਦੀ ਐਕਸਪ੍ਰੈਸ਼ਨ ਲਿਖਣੀ ਹੈ, ਜੇ ਸਾਨੂੰ HZ ਦੀ ਐਕਸਪ੍ਰੈਸ਼ਨ ਪਤਾ ਹੋਵੇ, ਮੰਨ ਕੇ ਚੱਲੋ HZ ਦੀ ਸਾਨੂੰ ਐਕਸਪ੍ਰੈਸ਼ਨ ਪਤਾ ਹੈ, ਤਾਂ ਜਿਹੜਾ EY ਹੋਊਗਾ ਉਹਦੇ ਨਾਲ ਆਪਣੇ ਕੋਲ ਐਕਸਟਰਾ ਕੀ ਆ ਰਿਹਾ, E ਦੀ ਪਰ ਓਟਾ π/4 ਆ ਰਿਹਾ, EY ਇਹਦੀ ਇਕੁਅਲ ਆ ਰਿਹਾ। ਇਹਦਾ ਮਤਲਬ ਕੀ ਹੈ ਵੀ ਆਪਾਂ ਨੂੰ ਜੇ ਮੈਗਨੈਟਿਕ ਫੀਲਡ ਦੀ ਆਪਾਂ ਨੂੰ ਐਕਸਪ੍ਰੈਸ਼ਨ ਪਤਾ ਹੈ, ਅਤੇ ਜੇ ਅਸੀਂ ਇਲੈਕਟ੍ਰਿਕ ਫੀਲਡ ਦੀ ਐਕਸਪ੍ਰੈਸ਼ਨ ਲਿਖਣੀ ਹੈ, ਤਾਂ ਨਾਲ ਆਪਾਂ ਨੂੰ E ਦੀ ਪਰ ਓਟਾ π/4 ਕੀ ਕਰਨਾ ਪਿਆ ਕਰੂਗਾ, ਮਲਟੀਪਲਾਈ ਕਰਨਾ ਪਿਆ ਕਰੂਗਾ। ਮਲਟੀਪਲਾਈ ਕਰਨ ਦਾ ਮਤਲਬ ਆਪਣੇ ਕੋਲ ਕੀ ਹੈ ਵੀ ਜਿਹੜਾ ਆਪਣੇ ਕੋਲ EY ਹੈ ਇਲੈਕਟ੍ਰਿਕ ਫੀਲਡ ਆ, ਉਹ ਮੈਗਨੈਟਿਕ ਫੀਲਡ ਦੇ ਨਾਲੋਂ π/4 ਇਹਨਾਂ ਦੋਨਾਂ ਵਿਚਕਾਰ π/4 ਦਾ ਫੇਸ ਡਿਫਰੈਂਸ ਹੈ, ਕਿਉਂਕਿ ਅਸੀਂ HZ ਦੇ ਨਾਲ E ਦੀ ਪਰ ਓਟਾ π/4 ਨੂੰ ਮਲਟੀਪਲਾਈ ਕਰਨਾ ਪਊਗਾ, ਨਾ ਐਸ ਨੂੰ ਮਲਟੀਪਲਾਈ ਕਰਨਾ ਪਊਗਾ, ਕਾਹਦੀ ਐਕਸਪ੍ਰੈਸ਼ਨ ਫਾਈਂਡ ਕਰਨ ਵਾਸਤੇ, ਮੈਗਨੈਟਿਕ ਫੀਲਡ ਅਤੇ ਇਲੈਕਟ੍ਰਿਕ ਫੀਲਡ ਦੀ। ਇਹਦਾ ਮਤਲਬ ਆਪਣੇ ਕੋਲ ਜਿਹੜਾ ਇਲੈਕਟ੍ਰਿਕ ਫੀਲਡ ਹੈ ਦੈਟ ਇਜ਼ ਹੈਡ ਫਰੋਮ ਦੀ ਮੈਗਨੈਟਿਕ ਫੀਲਡ ਬਾਈ ਫੇਸ ਐਂਗਲ ਆਫ π/4। ਤਾਂ ਹੀ ਲਿਖਿਆ ਦੇ ਸ਼ੋਅ ਦੈਟ EY ਇਜ਼ ਹੈਡ ਆਫ HZ ਬਾਈ 5 ਦੈਟ ਇਜ਼ ਇਕੁਅਲ ਟੂ π/4। ਇਲੈਕਟ੍ਰਿਕ ਫੀਲਡ ਅੱਗੇ ਹੈ ਕਿਹਦੇ ਨਾਲ, ਮੈਗਨੈਟਿਕ ਫੀਲਡ ਦੇ ਨਾਲੋਂ। ਨਾ ਕਿਉਂ, ਕਿਉਂਕਿ ਇੱਥੇ E ਦੀ ਪਰ ਓਟਾ π/4 ਨੂੰ ਆਪਣਾ ਐਕਸਪ੍ਰੈਸ਼ਨ ਦੱਸ ਰਹੀ ਵੀ E ਦੀ ਪਰ ਓਟਾ π/4 ਨਾਲ ਮਲਟੀਪਲਾਈ ਕਰਨਾ ਪਊਗਾ। ਸੋ ਮਲਟੀਪਲਾਈ ਕਰਨ ਦਾ ਮਤਲਬ ਕੀ ਹੈ ਵੀ ਇਲੈਕਟ੍ਰਿਕ ਫੀਲਡ ਜਿਹੜਾ EY ਆ ਉਹ ਕੀ ਹੈ, ਮੈਗਨੈਟਿਕ ਫੀਲਡ ਦੇ ਨਾਲ ਅੱਗੇ ਹੈ। ਸੋ ਜਾਂ ਅਸੀਂ ਕੀ ਕਹਿ ਸਕਦੇ ਹਾਂ, ਜਾਂ ਤਾਂ ਇਲੈਕਟ੍ਰਿਕ ਫੀਲਡ ਅੱਗੇ ਹੈ, ਅਤੇ ਜਾਂ ਅਸੀਂ ਕੀ ਕਹਿ ਸਕਦੇ ਹਾਂ HZ ਲੈਗਸ ਬਿਹਾਈਂਡ EY ਬਾਈ π/4, ਅਤੇ ਜਾਂ ਉਹ ਕੀ ਆਪਣੇ ਕੋਲ ਇੰਨਾ ਪਿੱਛੇ ਹੈ।
ਚਾਹੇ ਕੱਲ ਇਲੈਕਟ੍ਰਿਕ ਫੀਲਡ ਮੈਗਨੈਟਿਕ ਫੀਲਡ ਦੇ ਨਾਲ π/4 ਅੱਗੇ ਹੈ, ਅਤੇ ਜਾਂ ਆਪਾਂ ਕੀ ਕਰ ਸਕਦੇ ਜਿਹੜਾ ਮੈਗਨੈਟਿਕ ਫੀਲਡ ਇਲੈਕਟ੍ਰਿਕ ਫੀਲਡ ਦੇ ਨਾਲ π/4 ਪਿੱਛੇ ਹੈ। ਤਾਂ ਕਰਕੇ ਜਿਹੜੀ ਆਪਾਂ ਪਹਿਲਾਂ ਐਕਸਪ੍ਰੈਸ਼ਨ ਲਿਖੀ ਸੀ EY = E0 e ਦੀ ⁻ ਓਮੇਗਾ ਟੀ ਮਾਈਨਸ ਗਾਮਾ x, ਜੇ ਅਸੀਂ ਇਲੈਕਟ੍ਰਿਕ ਫੀਲਡ ਲੈ ਰਿਹਾ ਤਾਂ ਮੈਗਨੈਟਿਕ ਫੀਲਡ ਸਾਨੂੰ ਕਿੰਨਾ ਲੈਣਾ ਪਊਗਾ, ਨਾਲ ਅਸੀਂ ਇੱਕ ਵਾਰ ਟਰਮ ਲੈਣੀ ਪਿਆ ਕਰੂਗੀ। ਤਾਂ ਆਪਾਂ ਨੂੰ ਕੀ ਟਰਮ ਮੈਂਸ ਕਰਨੀ ਪਊਗੀ, ਮਾਈਨਸ ਓਟਾ ਫਾਈ। ਮਾਈਨਸ ਓਟਾ ਫਾਈ ਕਿਉਂ ਆ ਰਿਹਾ, ਫਾਈ ਕਿਹਦੀ ਵੈਲਿਊ π/4 ਹੈ, ਕਿਉਂਕਿ ਜਿਹੜਾ HZ ਆ ਉਹ ਇਲੈਕਟ੍ਰਿਕ ਫੀਲਡ ਦੇ ਨਾਲੋਂ ਪਿੱਛੇ ਹੈ, ਕਿੰਨਾ π/4 ਲੈਕਸ ਬੈਂਡ ਆ, ਇੰਨਾ ਫੇਸ ਡਿਫਰੈਂਸ ਹੈ। ਤਾਂ ਕਰਕੇ ਅਸੀਂ ਆਹ ਐਕਸਪ੍ਰੈਸ਼ਨ ਲੱਗੇ ਯਾਦ ਰੱਖਣੀ ਹੈ, EY = E0 e ਦੀ ⁻ ਓਮੇਗਾ ਟੀ ਮਾਈਨਸ ਗਾਮਾ x ਦੀ ਐਕਸਪ੍ਰੈਸ਼ਨ ਇਲੈਕਟ੍ਰਿਕ ਫੀਲਡ। ਇਹਨੇ ਕੰਡਕਟਰ ਤੇ ਮੈਗਨੈਟਿਕ ਫੀਲਡ ਦੀ ਐਕਸਪ੍ਰੈਸ਼ਨ ਆਪਣੇ ਕੋਲ ਕੀ ਹੋਇਆ ਕਰੂਗੀ ਕੰਡਕਟਰ ਦੇ ਵਿੱਚ, HZ = H0 e ਦੀ ⁻ ਓਮੇਗਾ ਟੀ ਮਾਈਨਸ ਗਾਮਾ x ਮਾਈਨਸ ਓਟਾ ਫਾਈ। ਤਾਂ ਅਸੀਂ ਇਸ ਰਿਲੇਸ਼ਨ ਤੋਂ ਜੇ ਬੇਸਿਕਲੀ ਅਸੀਂ ਇਹਨੂੰ ਰਿਪਰੈਜ਼ੈਂਟ ਕਰੀਏ ਡਾਇਗਰਾਮ ਦੇ ਵਿੱਚ, ਤਾਂ ਅਸੀਂ ਕਿਵੇਂ ਰਿਪਰੈਜ਼ੈਂਟ ਕਰਾਂਗੇ ਇੰਪੀਡੈਂਸ ਨੂੰ। ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਇੰਪੀਡੈਂਸ ਦੇ ਦੋ ਪਾਰਟ ਹੈ, ਇੱਕ ਰੀਅਲ ਪਾਰਟ ਹੈ, ਇੱਕ ਇਮੈਜਨਰੀ ਪਾਰਟ ਹੈ। ਇੱਧਰ ਨੂੰ ਅਸੀਂ ਲੈਣਾ ਰੀਅਲ ਐਕਸ, ਆਹ ਅਸੀਂ ਓਰੀਜਨਲ ਲੈ ਲੈਣੇ ਆ ਐਕਸ ਐਕਸਿਸ ਲੈ ਲਓ, ਆਹ ਮੰਨ ਲਓ ਆਪਣੇ ਕੋਲ ਵਾਈ ਐਕਸਿਸ ਹੈ। ਇੱਥੇ ਨੇ ਗਲਤ ਲਿਖਿਆ, ਇੱਥੇ ਪਾਓ ਇੱਥੇ ਰੀਅਲ ਆਰ ਈ ਰੀਅਲ ਦੇ ਨਾਲ ਆਪਣੇ ਕੋਲ ਜ਼ੈਡ ਸੀ, ਮਤਲਬ ਇੱਧਰ ਨੂੰ ਆਪਣੇ ਕੋਲ ਕੀ ਹੋਊਗਾ ਰੀਅਲ ਪਾਰਟ ਹੋਊਗਾ ਇਹਦਾ ਇੰਪੀਡੈਂਸ ਦਾ ਡਾਇਗਰਾਮ 'ਚ। ਇੱਧਰ ਨੂੰ ਅਸੀਂ ਕੀ ਲਵਾਂਗੇ ਇਮੈਜਨਰੀ ਪਾਰਟ ਹੋਊਗਾ ਲੌਂਗ ਵਾਈ ਐਕਸ। ਇੱਧਰ ਨੂੰ ਆਪਣੇ ਕੋਲ ਕੀ ਹੋਊਗੀ ਜ਼ੈਡ ਸੀ ਹੋਊਗੀ, ਜ਼ੈਡ ਸੀ ਕੀ ਚੀਜ਼ ਹੈ ਮੈਗਨੀਟਿਊਡ, ਅਤੇ ਆਹ ਐਂਗਲ ਕਿੰਨਾ ਹੋਊਗਾ ਆਪਣੇ ਕੋਲ π/4 ਹੋਊਗਾ। ਐਂ ਅਸੀਂ ਇਸ ਡਾਇਗਰਾਮ ਦੇ ਨਾਲ ਰਿਪਰੈਜ਼ੈਂਟ ਕਰਨਾ। ਇੱਥੇ ਤੁਸੀਂ ਯਾਦ ਰੱਖਣਾ ਇੱਥੇ ਰੀਅਲ ਪਾਰਟ ਪਾ ਲਓ। ਸੋ ਇਹ ਬੱਚੇ ਆਰਟੀਕਲ ਸੀ ਆਪਣਾ ਐਕਸਪ੍ਰੈਸ਼ਨ ਫॉर ਇੰਪੀਡੈਂਸ ਟੂ ਦੀ EM ਵੇਵਸ ਫॉर ਏ ਮੀਡੀਅਮ ਦੈਟ ਇਜ਼ ਕੰਡਕਟਰ। ਇਹ ਪਹਿਲਾਂ ਆਪਾਂ ਡਾਇਲੈਕਟਰ 'ਤੇ ਕੀਤਾ ਸੀ, ਤਾਂ ਆਪਾਂ ਕੰਡਕਟਰ ਦੇ ਪੇਪਰ 'ਚ ਦੋਨਾਂ ਦਾ ਹੀ ਪੁੱਛਿਆ ਜਾ ਸਕਦਾ ਜਾਂ ਇੱਕ ਦਾ ਹੀ ਪੁੱਛਿਆ ਜਾਂਦਾ। ਡਰਾਈਵ ਦੀ ਐਕਸਪ੍ਰੈਸ਼ਨ ਫॉर ਦੀ ਇੰਪੀਡੈਂਸ of a dielectric to the EM waves, or find the expression for the impedance of a conductor to the EM waves। ਤਾਂ ਇਹ ਆਰਟੀਕਲ ਵਿੱਚ ਯਾਦ